ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਦਿਨ ਸਤਿਗੁਰੂ ਅੰਗਦ ਦੇਵ ਜੀ ਸੰਗਤ ਵਿੱਚ ਬੈਠੇ ਸਨ। ਸੇਵਕਾਂ ਦਾ ਕਿਰਤਾਰਥ ਕਰਨ ਹਿੱਤ ਅਮੀਰ ਗਰੀਬ ਊਚ ਨੀਚ ਸਭ ਨੂੰ ਦਰਸ਼ਨ ਦੇ ਰਹੇ ਸਨ। ਉਸ ਦਿਨ ਉੱਥੇ ਇੱਕ ਗੋਂਦਾ ਖੱਤਰੀ ਆਇਆ। ਗੁਰੂ ਜੀ ਦੇ ਦਰਸ਼ਨ ਕਰਕੇ ਉਸਨੇ ਸੀਸ ਨਿਵਾਇਆ, ਫਿਰ ਹੱਥ ਜੋੜ ਕੇ ਬੇਨਤੀ ਕੀਤੀ, ਹੇ ਸਤਿਗੁਰੂ ਜੀ, ਤੁਹਾਡੀ ਸਿਫਤ ਮਹਾਨ ਹੈ। ਬਹੁਤ ਲੋਕ ਕਹਿੰਦੇ ਹਨ, ਮੈਂ ਸੁਣਦਾ ਰਿਹਾ ਹਾਂ, ਜਿਹੜੇ ਬੁੱਧੀਵਾਨ ਹਨ ਉਹ ਤੁਹਾਡੀ ਬਹੁਤ ਸ਼ਲਾਘਾ ਕਰਦੇ ਹਨ। ਜਗਤ ਵਿੱਚ ਵਿਸ਼ਾਲ ਗੁਪਤ ਅਤੇ ਪ੍ਰਗਟ ਜੀਵ ਹਨ, ਸਾਰੇ ਹੀ ਸਤਿਗੁਰੂ ਦੀ ਆਗਿਆ ਅਨੁਸਾਰ ਚੱਲਦੇ ਹਨ। ਮੇਰਾ ਪਿੰਡ ਉਜਾੜ ਪਿਆ ਹੈ, ਸਭ ਥਾਂ ਭੂਤਨੇ ਹੀ ਵਾਸ ਕਰ ਰਹੇ ਹਨ। ਦੈਂਤ ਜਿੰਨ ਅਤੇ ਪ੍ਰੇਤਾਂ ਦੀਆਂ ਬਹੁਤ ਜਾਤਾਂ ਰਹਿੰਦੀਆਂ ਹਨ। ਉੱਥੇ ਕਈ ਉਪਦਰਵੀਆਂ ਨੇ ਵਾਸਾ ਕੀਤਾ ਹੋਇਆ ਹੈ। ਲੱਖਾਂ ਪ੍ਰੇਤਾਂ ਨੇ ਉੱਥੇ ਡੇਰਾ ਜਮਾਇਆ ਹੈ। ਜਿੱਥੇ ਕਿੱਥੇ ਦੇਸ਼ ਵਿੱਚ ਫਿਰਦੇ ਸਨ, ਉਹ ਸਾਰੇ ਇਕੱਠੇ ਹੋ ਕੇ ਮੇਰੇ ਪਿੰਡ ਵਿੱਚ ਆ ਗਏ ਹਨ, ਜਿਸ ਕਰਕੇ ਕੋਈ ਵੀ ਮਨੁੱਖ ਉੱਥੇ ਵਸ ਨਹੀਂ ਸਕਦਾ। ਦਿਨ ਸਮੇਂ ਸਾਰੇ ਲੋਕ ਇਕੱਠੇ ਹੋ ਕੇ ਕੰਧ ਦੀ ਉਸਾਰੀ ਕਰਦੇ ਹਨ, ਪਰ ਜਦ ਰਾਤ ਪੈਂਦੀ ਹੈ ਤਾਂ ਬੜੇ ਭਿਆਨਕ ਖੋਟੇ ਰੂਪ ਵਾਲੇ ਸਾਰੀ ਕੰਧ ਨੂੰ ਢਾਹ ਦਿੰਦੇ ਹਨ। ਕਈ ਵਾਰੀ ਮੈਂ ਇਸ ਨਗਰ ਨੂੰ ਵਸਾਇਆ ਹੈ, ਪਰ ਇਹ ਭੂਤ ਪ੍ਰੇਤ ਫਿਰ ਡਰਾ ਕੇ ਨਗਰ ਨੂੰ ਉਜਾੜ ਦਿੰਦੇ ਹਨ। ਉੱਥੇ ਤੁਸੀਂ ਆਪਣੇ ਚਰਨ ਪਾਓ, ਕਿਰਪਾ ਕਰਕੇ ਉਸ ਨਗਰ ਨੂੰ ਵਸਾਓ। ਆਪ ਜੀ ਨੂੰ ਜਿੰਨੀ ਵੀ ਜ਼ਮੀਨ ਚਾਹੀਦੀ ਹੈ ਉਹ ਲੈ ਲਓ, ਆਪ ਨੂੰ ਕੋਈ ਵੀ ਰੋਕਣ ਵਾਲਾ ਨਹੀਂ ਹੈ। ਕਿਰਪਾ ਕਰਕੇ ਮੇਰੀ ਇਹ ਮੰਗ ਪੂਰੀ ਕਰੋ ਅਤੇ ਮੇਰਾ ਇਹ ਪਿੰਡ ਵਸਾ ਦਿਓ। ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਗੋਂਦੇ ਦੀ ਅਜਿਹੀ ਬੇਨਤੀ ਸੁਣ ਕੇ ਪੁੱਛਿਆ, ਇਹ ਬਿਰਤਾਂਤ ਕਿਸ ਤਰ੍ਹਾਂ ਵਾਪਰਿਆ ਹੈ? ਪ੍ਰੇਤਾਂ ਨੇ ਕਦ ਦਾ ਉੱਥੇ ਡੇਰਾ ਕੀਤਾ ਹੈ ਤੇ ਕਿਸ ਤਰ੍ਹਾਂ ਨਗਰ ਨੂੰ ਉਜਾੜਿਆ ਹੈ? ਬੈਠ ਕੇ ਸਾਰਾ ਪ੍ਰਸੰਗ ਸੁਣਾਓ, ਫਿਰ ਮਨ ਮੰਗੀ ਮੁਰਾਦ ਗੁਰੂ ਤੋਂ ਪ੍ਰਾਪਤ ਕਰੋ। ਸਤਿਗੁਰੂ ਜੀ ਪਾਸੋਂ ਇਹ ਸੁਣ ਕੇ ਗੋਂਦੇ ਨੇ ਸਾਰਾ ਬਿਰਤਾਂਤ ਸੁਣਾਇਆ ਜਿਹੜਾ ਉਸ ਨਾਲ ਵਾਪਰਿਆ ਸੀ। ਹੇ ਸਤਿਗੁਰੂ ਜੀ, ਇਸ ਤਰ੍ਹਾਂ ਪ੍ਰਸੰਗ ਹੋਇਆ, ਮੇਰੇ ਆਪਣੇ ਸ਼ਰੀਕਾਂ ਨਾਲ ਝਗੜਾ ਚੱਲ ਰਿਹਾ ਸੀ। ਆਪਸ ਵਿੱਚ ਬਹੁਤ ਵਾਦ ਵਿਵਾਦ ਵੱਧ ਗਿਆ। ਬਹੁਤ ਮਨੁੱਖਾਂ ਨੇ ਆਪਸ ਵਿੱਚ ਸੁਲ੍ਹਾ ਕਰਾਉਣ ਦੀ ਕੋਸ਼ਿਸ਼ ਕੀਤੀ, ਪਰ ਝਗੜਾ ਨਾ ਖਤਮ ਹੋਇਆ। ਦੋਵੇਂ ਧਿਰਾਂ ਝਗੜਦੇ ਚੱਲ ਕੇ ਦਿੱਲੀ ਪਹੁੰਚ ਗਏ। ਉੱਥੋਂ ਦੇ ਹਾਕਮਾਂ ਨੇ ਇਸ ਤਰ੍ਹਾਂ ਨਿਆਂ ਕੀਤਾ, ਕਹਿਣ ਲੱਗੇ, ਸਹੁੰ ਚੁੱਕੋ ਤੇ ਆਪਣਾ ਥਾਂ ਪ੍ਰਾਪਤ ਕਰੋ। ਤਦ ਇਹ ਸੁਣ ਕੇ ਮੈਂ ਸਹੁੰ ਖਾਣ ਲਈ ਤਿਆਰ ਹੋ ਗਿਆ। ਮੈਂ ਝੂਠਾ ਧਰਮ ਕੀਤਾ ਤੇ ਉੱਥੇ ਝੂਠੀ ਸਹੁੰ ਚੁੱਕ ਲਈ। ਇਸ ਤਰ੍ਹਾਂ ਮੈਂ ਸਾਰਾ ਮੁਕੱਦਮਾ ਜਿੱਤ ਲਿਆ ਤੇ ਸਾਰੀ ਭੂਮੀ ਪ੍ਰਾਪਤ ਕਰਕੇ ਬਹੁਤ ਪ੍ਰਸੰਨ ਹੋਇਆ। ਜਦ ਮੈਂ ਆ ਕੇ ਨਗਰ ਵਸਾਇਆ, ਜਿਵੇਂ ਮੈਂ ਅਧਰਮ ਕੀਤਾ ਸੀ, ਭਾਵ ਝੂਠੀ ਸਹੁੰ ਚੁੱਕੀ ਸੀ, ਪ੍ਰੇਤਾਂ ਨੇ ਸਭ ਕੁਝ ਸਮਝ ਲਿਆ। ਇਹ ਮਹਾਨ ਪਾਪ ਵੇਖ ਕੇ ਸਾਰੇ ਉੱਥੇ ਚੱਲ ਕੇ ਆ ਗਏ। ਦੇਸ਼ਾਂ ਤੋਂ ਇਕੱਠੇ ਹੋ ਕੇ ਇਸ ਥਾਂ ਆ ਗਏ। ਹੌਲੀ ਹੌਲੀ ਉਹਨਾਂ ਮਨੁੱਖਾਂ ਨੂੰ ਉਜਾੜ ਦਿੱਤਾ। ਆਪ ਹਜ਼ਾਰਾਂ ਦੀ ਗਿਣਤੀ ਵਿੱਚ ਆ ਕੇ ਉੱਥੇ ਵਸ ਗਏ। ਇਸ ਰੀਤੀ ਨਾਲ ਪ੍ਰੇਤਾਂ ਨੇ ਉੱਥੇ ਡੇਰਾ ਜਮਾ ਲਿਆ ਤੇ ਲੱਖਾਂ ਪ੍ਰੇਤ ਉੱਥੇ ਵਸ ਗਏ। ਉਹਨਾਂ ਦਾ ਡਰ ਕਰਕੇ ਹੁਣ ਲੋਕ ਉੱਥੇ ਨਹੀਂ ਜਾਂਦੇ। ਮਹਾਪਾਪ ਕਰਕੇ ਮੈਂ ਇਹ ਫਲ ਪਾਇਆ ਹੈ। ਤੁਹਾਡੇ ਬਗੈਰ ਹੁਣ ਕੋਈ ਉਪਾਅ ਨਹੀਂ ਹੈ। ਜੇ ਤੁਸੀਂ ਆਪਣੇ ਚਰਨ ਪਾਓ ਤਾਂ ਉਹ ਥਾਂ ਪਵਿੱਤਰ ਬਣ ਜਾਏਗਾ। ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਫਿਰ ਹਿਰਦੇ ਵਿੱਚ ਵਿਚਾਰ ਕੀਤੀ, ਮੇਰੇ ਪੁੱਤਰਾਂ ਨੇ ਆਪਣੇ ਮਨ ਵਿੱਚ ਬਹੁਤ ਹੰਕਾਰ ਧਾਰਨ ਕੀਤਾ ਹੋਇਆ ਹੈ। ਮੇਰਾ ਕਿਹਾ ਉਹ ਮੰਨਣਗੇ ਨਹੀਂ, ਪਰ ਗੁਰਿਆਈ ਪਾਉਣੀ ਉਹ ਜ਼ਰੂਰ ਚਾਹੁੰਦੇ ਹਨ। ਗੁਰਿਆਈ ਤਾਂ ਇੱਕ ਸੇਵਕ ਦੀ ਵਸਤੂ ਹੈ। ਆਗਿਆ ਅਨੁਸਾਰ ਸੇਵਾ ਕਰਨ ਨਾਲ ਹੀ ਪ੍ਰਾਪਤ ਹੁੰਦੀ ਹੈ। ਸ਼੍ਰੀ ਅਮਰਦਾਸ ਜੀ ਨਾਲ ਉਹ ਈਰਖਾ ਕਰਦੇ ਹਨ, ਆਪਣੇ ਆਪ ਵਿੱਚ ਕੋਈ ਦੋਸ਼ ਨਹੀਂ ਜਾਣਦੇ। ਹੋਰ ਸਿੱਖ ਵੀ ਕਈ ਚਾਹੁੰਦੇ ਹਨ, ਜਿਹੜੇ ਦਾਸੂ ਦੇ ਪੱਖ ਵਿੱਚ ਹਨ। ਇਸ ਕਰਕੇ ਹੁਣ ਸਾਰਿਆਂ ਦੇ ਵਿੱਚ ਉਹਨਾਂ ਨੂੰ ਪਰਖ ਲੈਂਦੇ ਹਾਂ, ਜਿਹੜੇ ਗੁਰਗੱਦੀ ਦੇ ਯੋਗ ਨਹੀਂ ਹਨ। ਇਸ ਤਰ੍ਹਾਂ ਵਿਚਾਰ ਕੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਵੱਡੇ ਸਪੁੱਤਰ ਨੂੰ ਇਸ ਤਰ੍ਹਾਂ ਬਚਨ ਕਹੇ, ਪੁੱਤਰ ਦਾਸੂ, ਗੋਂਦੇ ਦੇ ਨਾਲ ਜਾਓ ਤੇ ਪ੍ਰੇਤਾਂ ਨੂੰ ਦੂਰ ਕਰਕੇ ਉੱਥੇ ਨਗਰ ਵਸਾਓ। ਭਾਈ ਦਾਸੂ ਨੇ ਸੁਣ ਕੇ ਕਿਹਾ, ਮੈਂ ਉੱਥੇ ਨਹੀਂ ਜਾਵਾਂਗਾ। ਭੂਤਾਂ ਪ੍ਰੇਤਾਂ ਵਿੱਚ
ਕਿਵੇਂ ਘਰ ਵਸਾਵਾਂਗਾ। ਸਾਡੇ ਰਹਿਣ ਵਾਸਤੇ ਪਿੰਡ ਖਡੂਰ ਹੈ। ਮੈਂ ਇਸ ਪਿੰਡ ਨੂੰ ਛੱਡ ਕੇ ਉੱਥੇ ਨਹੀਂ ਜਾਵਾਂਗਾ। ਐਸੇ ਥਾਂ ਭੇਜਣ ਲੱਗੇ ਹੋ ਜਿਸ ਨੂੰ ਸਭ ਨੇ ਛੱਡ ਦਿੱਤਾ ਹੈ। ਉੱਥੇ ਕੋਈ ਵੀ ਨਹੀਂ ਵਸਦਾ। ਮੈਥੋਂ ਉੱਥੇ ਜਾਇਆ ਨਹੀਂ ਜਾਂਦਾ। ਉਹ ਬਹੁਤ ਕਰੜਾ ਥਾਂ ਹੈ। ਉੱਥੇ ਕੋਈ ਵਸ ਨਹੀਂ ਸਕਦਾ। ਸੁਣਿਆ ਹੈ ਉੱਥੇ ਬਹੁਤ ਮਹਾਬਲੀ ਦੈਂਤ ਰਹਿੰਦੇ ਹਨ। ਉਹ ਕਿਸੇ ਨੂੰ ਆਪਣੇ ਪਾਸ ਜਾਣ ਨਹੀਂ ਦਿੰਦੇ। ਜਿਹੜਾ ਵੀ ਕੋਈ ਘਰ ਦੀ ਕੰਧ ਉਸਾਰਦਾ ਹੈ, ਰਾਤ ਪੈਣ 'ਤੇ ਉਹ ਢਾਹ ਦਿੰਦੇ ਹਨ। ਝਗੜਾ ਕਰਦੇ ਹਨ ਅਤੇ ਕਿਸੇ ਨੂੰ ਵੀ ਵਸਣ ਨਹੀਂ ਦਿੰਦੇ। ਉੱਥੇ ਕੋਈ ਕਿਵੇਂ ਘਰ ਬਣਾ ਸਕਦਾ ਹੈ। ਅਸੀਂ ਉੱਥੇ ਵਸ ਕੇ ਕੀ ਲੈਣਾ। ਸਾਰੇ ਪਦਾਰਥ ਸਾਨੂੰ ਇੱਥੇ ਹੀ ਪ੍ਰਾਪਤ ਹੋ ਜਾਂਦੇ ਹਨ। ਫਿਰ ਗੁਰੂ ਜੀ ਨੇ ਛੋਟੇ ਸਪੁੱਤਰ ਭਾਈ ਦਾਤੂ ਵੱਲ ਵੇਖਿਆ। ਫਿਰ ਭਾਈ ਫੇਰੂ ਜੀ ਦੇ ਸਪੁੱਤਰ ਭਾਵ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਫਰਮਾਇਆ, ਤੇਰਾ ਵੱਡਾ ਭਰਾ ਤਾਂ ਜਾ ਨਹੀਂ ਰਿਹਾ। ਮੇਰੀ ਗੱਲ ਮੰਨ ਕੇ ਹੁਣ ਤੂੰ ਹੀ ਚਲਾ ਜਾ। ਗੌਂਦੇ ਖੱਤਰੀ ਨੇ ਆ ਕੇ ਬੇਨਤੀ ਕੀਤੀ ਹੈ, ਉੱਠ ਕੇ ਹੁਣ ਉਹਨਾਂ ਨਾਲ ਜਾਓ ਤੇ ਉਪਕਾਰ ਦਾ ਕੰਮ ਕਰੋ। ਸਭ ਭੂਤਾਂ ਨੂੰ ਡਰਾ ਕੇ ਭਜਾ ਦਿਓ ਤੇ ਨਗਰ ਨੂੰ ਵਸਾਓ। ਗੁਰੂ ਜੀ ਦੇ ਬਚਨ ਸੁਣ ਕੇ ਭਾਈ ਦਾਤੂ ਨੇ ਕਿਹਾ, ਹੇ ਪਿਤਾ ਜੀ, ਅਸੀਂ ਖਡੂਰ ਵਿੱਚ ਵਸਦੇ ਹਾਂ। ਉੱਥੇ ਜਾਣ ਦੀ ਕੀ ਲੋੜ ਹੈ। ਆਪਣੇ ਘਰ ਵਿੱਚ ਬੈਠੇ ਪ੍ਰਭੂ ਦੇ ਗੁਣ ਗਾਉਂਦੇ ਹਾਂ। ਆਪਣੇ ਕਾਰਜ ਵਾਸਤੇ ਚੱਲ ਕੇ ਬਹੁਤ ਲੋਕ ਇੱਥੇ ਆਉਂਦੇ ਹਨ। ਕਿਸ ਕਿਸ ਨਾਲ ਆਪ ਚੱਲ ਕੇ ਜਾਓਗੇ। ਸਾਨੂੰ ਕੀ ਪਈ ਹੈ, ਕੋਈ ਉਜੜੇ ਕੋਈ ਵਸੇ। ਜਦ ਗੁਰੂ ਜੀ ਨੇ ਦੋਵਾਂ ਸਪੁੱਤਰਾਂ ਦੇ ਇਸ ਤਰ੍ਹਾਂ ਦੇ ਜਵਾਬ ਸੁਣੇ ਤੇ ਸ਼੍ਰੀ ਅਮਰਦਾਸ ਜੀ ਵਾਲੇ ਪਾਸੇ ਨਜ਼ਰ ਕੀਤੀ। ਗੁਰੂ ਜੀ ਨੇ ਕਿਹਾ, ਪੁਰਖਾ, ਉੱਥੇ ਤੁਸੀਂ ਜਾਓ ਜਿੱਥੇ ਭੂਤਾਂ ਪ੍ਰੇਤਾਂ ਦਾ ਵਾਸਾ ਹੈ। ਉੱਥੇ ਜਾ ਕੇ ਇੱਕ ਸੁੰਦਰ ਨਗਰੀ ਵਸਾਓ, ਜਿਹੜੀ ਕਿ ਗੁਰੂ ਕੀਰਤੀ ਦਾ ਧਾਮ ਹੋਵੇ। ਗੁਰੂ ਜੀ ਦੇ ਮੁਖ ਤੋਂ ਹਲੇ ਅੱਧੇ ਹੀ ਅੱਖਰ ਨਿਕਲੇ ਸਨ ਕਿ ਗੁਰੂ ਜੀ ਦੀ ਆਗਿਆ ਸੁਣ ਕੇ ਲੱਕ ਨਾਲ ਕਮਰ ਕੱਸਾ ਬੰਨ੍ਹ ਲਿਆ। ਹੱਥ ਜੋੜ ਕੇ ਪੁੱਛਿਆ, ਕੈਸੀ ਵਿਧੀ ਅਨੁਸਾਰ ਤਿਆਰ ਕਰਾਂ। ਆਪ ਜੀ ਦੀ ਜਿਵੇਂ ਆਗਿਆ ਹੋਵੇ ਉਸ ਤਰ੍ਹਾਂ ਹੀ ਨਗਰੀ ਦੀ ਰਚਨਾ ਕਰਾਂ। ਗੁਰੂ ਜੀ ਨੇ ਕਿਹਾ, ਜਿਹੜਾ ਪੂਰਬੀ ਪਾਸਾ ਹੈ ਉਸ ਪਾਸੇ ਤੋਂ ਚੰਗੀ ਤਰ੍ਹਾਂ ਪੁੱਟਣਾ ਸ਼ੁਰੂ ਕਰ ਦਿਓ। ਸਾਰੇ ਥਾਂ ਨੂੰ ਪੱਧਰਾ ਕਰਕੇ ਵਸਣ ਵਾਸਤੇ ਘਰ ਤਿਆਰ ਕਰਵਾਓ। ਫਿਰ ਗੁਰੂ ਜੀ ਨੇ ਆਪਣੇ ਹੱਥੋਂ ਇੱਕ ਸ੍ਰੇਸ਼ਟ ਸੁੰਦਰ ਸੋਟੀ ਹਿਲਾ ਕੇ ਸ਼੍ਰੀ ਅਮਰਦਾਸ ਜੀ ਨੂੰ ਦਿੱਤੀ ਅਤੇ ਕਿਹਾ, ਇਹ ਸੋਟੀ ਲੈ ਜਾਓ ਤੇ ਭੂਤਾਂ ਨੂੰ ਵਿਖਾਓ। ਇਸ ਨੂੰ ਵੇਖ ਕੇ ਉੱਥੇ ਕੋਈ ਭੂਤ ਨਹੀਂ ਰਹੇਗਾ। ਜਿੱਥੇ ਜਿੱਥੇ ਤੁਹਾਡੇ ਚਰਨ ਫਿਰਨਗੇ, ਜਿਹੜਾ ਵੀ ਥਾਂ ਅਸ਼ੁਭ ਹੋਵੇਗਾ ਉਹ ਸ਼ੁਭ ਹੋ ਜਾਏਗਾ। ਆਪਣੇ ਨਿੱਜੀ ਰਹਿਣ ਵਾਸਤੇ ਵੀ ਮਕਾਨਾਂ ਦੀ ਉਸਾਰੀ ਕਰੋ ਤਾਂ ਕਿ ਹੋਰ ਮਨੁੱਖ ਵੇਖ ਕੇ ਉੱਥੇ ਵਾਸਾ ਕਰਨ। ਇਹ ਗੌਂਦਾ ਖੱਤਰੀ ਬੜਾ ਧਨਵਾਨ ਹੈ। ਇਹ ਵੱਡੇ ਵੱਡੇ ਮਹਿਲ ਮਾੜੀਆਂ ਬਣਾਉਣਗੇ। ਇਸ ਗੌਂਦੇ ਦੇ ਨਾਂ ਉੱਪਰ ਹੀ ਨਗਰ ਦਾ ਨਾਮ ਰੱਖੋ। ਵਸਣ ਵਾਸਤੇ ਸੁੰਦਰ ਘਰਾਂ ਦੀ ਰਚਨਾ ਕਰੋ। ਦੋਵੇਂ ਸਪੁੱਤਰਾਂ ਇਨਕਾਰ ਕੀਤਾ ਹੈ। ਪ੍ਰੇਤਾਂ ਦਾ ਨਾਂ ਸੁਣ ਕੇ ਡਰ ਗਏ ਹਨ। ਉਹ ਗੁਰੂ ਜੀ ਦੇ ਪ੍ਰਤਾਪ ਨੂੰ ਨਹੀਂ ਜਾਣਦੇ ਤੇ ਆਪਣੇ ਆਪ ਨੂੰ ਕਰਨਹਾਰਾ ਸਮਝਦੇ ਸਨ। ਇਸ ਕਰਕੇ ਇਹ ਬਹੁਤ ਡਰਦੇ ਹਨ। ਤੁਸੀਂ ਕਰਨ ਕਰਾਵਣਹਾਰਾ ਗੁਰੂ ਨੂੰ ਜਾਣੋ। ਇਸ ਤਰ੍ਹਾਂ ਸਮਝਾ ਕੇ ਗੌਂਦੇ ਦੇ ਨਾਲ ਭੇਜ ਦਿੱਤਾ। ਤਦ ਸ਼੍ਰੀ ਅਮਰਦਾਸ ਜੀ ਗੁਰੂ ਜੀ ਦੇ ਪ੍ਰੇਮ ਰਸ ਵਿੱਚ ਭਿੱਜੇ ਚੱਲ ਪਏ। ਸ਼੍ਰੀ ਅਮਰਦਾਸ ਜੀ ਸਦਾ ਹੀ ਗੁਰੂ ਜੀ ਦੇ ਆਗਿਆ ਅਨੁਸਾਰ ਚੱਲਦੇ ਹਨ। ਹਿਰਦੇ ਵਿੱਚ ਬਹੁਤ ਪ੍ਰੇਮ ਅਤੇ ਸ਼ਰਧਾ ਹੈ। ਰਾਤ ਦਿਨ ਸਦਾ ਭਗਤੀ ਵਿੱਚ ਦ੍ਰਿੜ ਰਹਿੰਦੇ ਹਨ। ਸਤ ਸੰਤੋਖ ਆਦਿ ਹੋਰ ਜਿਹੜੇ ਗੁਣ ਹਨ ਉਹ ਚਾਰੇ ਪਾਸੇ ਦਰਖਤ ਦੀਆਂ ਟਾਹਣੀਆਂ ਵਾਂਗ ਫੈਲੇ ਹੋਏ ਹਨ। ਆਤਮ ਗਿਆਨ ਦੇ ਅਜਿਹੇ ਦਰਖਤ ਨੂੰ ਵੱਡਾ ਫਲ ਲੱਗਦਾ ਹੈ ਅਤੇ ਵੱਡੇ ਭਾਗਾਂ ਵਾਲੇ ਨੂੰ ਰਸ ਅਤੇ ਆਨੰਦ ਪ੍ਰਾਪਤ ਹੁੰਦਾ ਹੈ। ਜਦ ਚੱਲਣ ਲੱਗੇ ਤਾਂ ਉਸ ਸਮੇਂ ਅੱਖਾਂ ਵਿੱਚ ਪਾਣੀ ਆ ਗਿਆ। ਨਮਸਕਾਰ ਕਰਨ ਲੱਗਿਆਂ ਗੁਰੂ ਜੀ ਦੇ ਚਰਨ ਕਮਲ ਭਿਉਂ ਦਿੱਤੇ। ਕਾਫੀ ਸਮੇਂ ਤੱਕ ਗੁਰੂ ਜੀ ਦੇ ਚਰਨਾਂ ਨਾਲ ਜੁੜੇ ਰਹੇ। ਵਿਛੜਨ ਲੱਗਿਆਂ ਬਹੁਤ ਦੁੱਖ ਅਨੁਭਵ ਕੀਤਾ। ਫਿਰ ਗੁਰੂ ਜੀ ਨੇ ਬਹੁਤ ਧੀਰਜ ਦੇ ਕੇ ਉਸ ਥਾਂ ਭੇਜਿਆ। ਗੁਰੂ ਜੀ ਤੋਂ ਵਿਛੜਨ ਲੱਗਿਆਂ ਉਹਨਾਂ ਨੇ ਆਪਣਾ ਮੁੱਖ ਗੁਰੂ ਜੀ ਵੱਲ ਹੀ ਰੱਖਿਆ ਤੇ ਪੁੱਠੇ ਪੈਰੀਂ ਹੀ ਚੱਲ ਪਏ। ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਇਸ ਪ੍ਰਕਾਰ ਆਪਣੇ ਸਪੁੱਤਰਾਂ ਦੀ ਪਰਖ ਕੀਤੀ ਅਤੇ ਸਾਰੇ ਸਿੱਖਾਂ ਦੇ ਭਰਮ ਦੂਰ ਕੀਤੇ। ਉਹ ਸਿੱਖ ਜਾਣਦੇ ਸਨ ਕਿ ਸ਼੍ਰੀ ਅਮਰਦਾਸ ਜੀ ਨੇ ਗੁਰੂ ਜੀ ਦੀ ਬਹੁਤ ਸੇਵਾ ਕਰਕੇ ਉਹਨਾਂ ਨੂੰ ਖੁਸ਼ ਕਰ ਲਿਆ ਹੈ। ਪਿਛਲੇ ਪੈਰੀ ਚੱਲਦਿਆਂ ਸ਼੍ਰੀ ਅਮਰਦਾਸ ਜੀ ਗੌਂਦੇ ਦੇ ਨਾਲ ਗਏ। ਹੌਲੀ ਹੌਲੀ ਰਸਤੇ ਵਿੱਚ ਚਲੇ ਜਾ ਰਹੇ ਸਨ ਤੇ ਸ਼੍ਰੀ ਜਪਜੀ ਸਾਹਿਬ ਦਾ ਪਾਠ ਕਰਦੇ ਜਾਂਦੇ ਸਨ।
ਬਲਹੀਨ ਬਿਰਧ ਸਰੀਰ ਹੈ ਅਤੇ ਕੱਦ ਮਧਰਾ ਹੈ, ਪਰ ਬਹੁਤ ਵਿਸ਼ਾਲ ਹਨ ਤੇ ਸਭ ਦੇ ਉਹ ਆਸਰਾ ਹਨ। ਜਦ ਤਿੰਨਾਂ ਕੋਹਾਂ ਤੇ ਗਏ ਤਾਂ ਹੱਥ ਜੋੜ ਕੇ ਮੂਧੇ ਮੂੰਹ ਲੰਮੇ ਪੈ ਗਏ। ਸ਼੍ਰੀ ਜਪਜੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਅਤੇ ਹਿਰਦੇ ਵਿੱਚ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਸਰੂਪ ਨੂੰ ਵਸਾਇਆ। ਲੰਮੇ ਪੈ ਕੇ ਗੁਣਾਂ ਦੇ ਘਰ ਭਾਵ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਡੰਡੌਤ ਬੰਦਨਾ ਕੀਤੀ। ਫਿਰ ਆਪਣਾ ਮੁੱਖ ਗੋਇੰਦਵਾਲ ਵੱਲ ਕਰਕੇ ਨਿਰਭੈ ਹੋ ਕੇ ਰਾਹੇ ਰਾਹ ਚੱਲ ਪਏ। ਗੁਰੂ ਜੀ ਵੱਲੋਂ ਦਿੱਤੀ ਛੜੀ ਹੱਥ ਵਿੱਚ ਫੜੀ ਹੋਈ ਸੀ, ਉਸ ਨੂੰ ਅਦਬ ਨਾਲ ਆਪਣੇ ਤੋਂ ਉੱਚਾ ਚੁੱਕਿਆ ਹੋਇਆ ਸੀ। ਫਿਰ ਆਪਣੇ ਹੱਥ ਅੱਗੇ ਕਰਕੇ ਛੜੀ ਭੂਤਾਂ ਪ੍ਰੇਤਾਂ ਨੂੰ ਵਿਖਾਈ। ਛੜੀ ਵਿੱਚੋਂ ਐਸੀ ਅਗਨੀ ਨਿਕਲੀ ਕਿ ਭੂਤਾਂ ਪ੍ਰੇਤਾਂ ਨੂੰ ਬਹੁਤ ਸੇਕ ਲੱਗਿਆ। ਛਿਨ ਭਰ ਵੀ ਉਹਨਾਂ ਪਾਸੋਂ ਖੜਾ ਨਹੀਂ ਸੀ ਹੋਇਆ ਜਾਂਦਾ। ਉਹਨਾਂ ਦੇ ਸਰੀਰ ਸੜਦੇ ਜਾਂਦੇ ਸਨ ਤੇ ਉਹਨਾਂ ਪਾਸੋਂ ਆਪਣੇ ਵਸਤਰ ਵੀ ਸੰਭਾਲੇ ਨਹੀਂ ਸਨ ਜਾਂਦੇ। ਪਿਤਾ ਪੁੱਤਰ ਨੂੰ ਨਾ ਸੰਭਾਲ ਸਕਿਆ ਅਤੇ ਭਰਾ ਭਰਾ ਨੂੰ ਛੱਡ ਕੇ ਭੱਜ ਗਿਆ। ਪ੍ਰੇਤ ਪਤੀ ਆਪਣੀਆਂ ਇਸਤਰੀਆਂ ਵੀ ਛੱਡ ਕੇ ਭੱਜ ਗਏ। ਕਈ ਧਰਤੀ ਤੇ ਡਿੱਗ ਕੇ ਬੇਸੁੱਧ ਹੋ ਗਏ ਸਨ। ਉਹਨਾਂ ਉੱਤੇ ਐਸੀ ਵੱਡੀ ਵਿਪਤਾ ਆ ਪਈ ਕਿ ਉਹ ਉਸਾਰੀ ਅਧੀਨ ਸਥਾਨ ਨੂੰ ਛੱਡ ਕੇ ਚਲੇ ਗਏ ਅਤੇ ਇੱਕ ਘੜੀ ਵੀ ਠਹਿਰੇ ਨਹੀਂ। ਹਾਹਾਕਾਰ ਕਰਦੇ ਭੱਜ ਗਏ। ਚਾਰੇ ਪਾਸੀਂ ਭੱਜ ਰਹੇ ਸਨ ਤੇ ਖੜੇ ਨਹੀਂ ਸੀ ਹੋ ਰਹੇ। ਜਿਵੇਂ ਜਿਵੇਂ ਸ਼੍ਰੀ ਅਮਰਦਾਸ ਜੀ ਛੜੀ ਨੂੰ ਹਿਲਾਉਂਦੇ ਸਨ, ਤਿਵੇਂ ਤਿਵੇਂ ਉਹਨਾਂ ਉੱਤੇ ਹੋਰ ਗਰਮੀ ਦੀ ਮਾਰ ਪੈਂਦੀ ਸੀ। ਕਈ ਹੱਥ ਜੋੜ ਕੇ ਬੇਨਤੀਆਂ ਕਰਦੇ ਸਨ, ਸਾਨੂੰ ਛੱਡ ਦਿਓ, ਨਿਹੱਕਿਆਂ ਨੂੰ ਨਾ ਮਾਰੋ। ਕਾਫੀ ਲੰਮੇ ਸਮੇਂ ਤੋਂ ਇੱਥੇ ਡੇਰਾ ਲਾਇਆ ਹੋਇਆ ਹੈ, ਇਸ ਵਾਰ ਸਾਨੂੰ ਸੰਭਲ ਲੈਣ ਦਿਓ। ਛੜੀ ਨੂੰ ਅੱਗੇ ਕਰਕੇ ਨਾ ਹਿਲਾਓ, ਅਸੀਂ ਤੁਰੰਤ ਹੀ ਚਲੇ ਜਾਂਦੇ ਹਾਂ। ਇਸ ਪ੍ਰਕਾਰ ਜਦ ਸਾਰੇ ਰੌਲਾ ਮਚਿਆ ਤਾਂ ਸਾਰੇ ਭੂਤ ਪ੍ਰੇਤ ਉਹ ਸਥਾਨ ਛੱਡ ਕੇ ਭੱਜ ਗਏ। ਉਸ ਸਮੇਂ ਉੱਥੇ ਇੱਕ ਦੈਂਤਣੀ ਰਹਿੰਦੀ ਸੀ, ਜਿਸ ਨੇ ਕਾਫੀ ਲੰਮੇ ਸਮੇਂ ਤੋਂ ਗਰਭ ਧਾਰਨ ਕੀਤਾ ਹੋਇਆ ਸੀ। ਬੱਚੇ ਜੰਮਣ ਦਾ ਸਮਾਂ ਬਹੁਤ ਨੇੜੇ ਸੀ। ਜਦ ਉਸਨੇ ਅਚਾਨਕ ਭਿਆਨਕ ਰੌਲਾ ਗੌਲਾ ਆਪਣੀਆਂ ਅੱਖਾਂ ਨਾਲ ਵੇਖਿਆ ਤਾਂ ਹਿਰਦੇ ਵਿੱਚ ਬਹੁਤ ਡਰ ਗਈ ਤੇ ਭੱਜ ਪਈ। ਆਪਣੇ ਰਖਵਾਲੇ ਪਤੀ ਨੂੰ ਵੀ ਲਾਗੇ ਨਾ ਵੇਖਿਆ। ਡਰਦੀ ਵਿਆਕੁਲ ਹੋ ਕੇ ਦੌੜ ਪਈ। ਭੱਜਦੀ ਦਾ ਗਰਭ ਡਿੱਗ ਪਿਆ ਤੇ ਦੋਵੇਂ ਬੱਚੇ ਧਰਤੀ 'ਤੇ ਡਿੱਗ ਪਏ। ਉੱਥੇ ਇੱਕ ਜਵਾਰ ਦੇ ਟਾਂਡੇ ਦਾ ਮੁੱਢ ਸੀ, ਜਿਹੜਾ ਥੋੜ੍ਹਾ ਉੱਚਾ ਕੱਟਿਆ ਹੋਇਆ ਸੀ। ਇੱਕ ਬੱਚੇ ਦੀ ਅੱਖ ਨੂੰ ਟਾਂਡੇ ਦਾ ਮੁੱਢ ਵੱਜਾ। ਟਾਂਡਾ ਅੱਖ ਵਿੱਚ ਚੁੱਭ ਗਿਆ ਤੇ ਡੇਲਾ ਫਟ ਗਿਆ। ਉਹ ਬੱਚਾ ਵੱਡਾ ਹੋ ਕੇ ਕਾਣੇ ਦਿਓ ਦੇ ਨਾਮ ਨਾਲ ਮਸ਼ਹੂਰ ਹੋਇਆ। ਉਹ ਬਠਿੰਡੇ ਦੇ ਕਿਲੇ ਵਿੱਚ ਰਹਿੰਦਾ ਸੀ। ਉਸ ਨੂੰ ਕਲਗੀਧਰ ਪਾਤਸ਼ਾਹ ਨੇ ਜਾ ਕੇ ਕੱਢਿਆ ਸੀ, ਜਿਸ ਕਰਕੇ ਸਾਰਿਆਂ ਵਿੱਚ ਉਸ ਦਾ ਨਾਂ ਪ੍ਰਗਟ ਹੋ ਗਿਆ। ਦੂਸਰਾ ਬੱਚਾ ਬਾਹਾਂ ਦੇ ਭਾਰ ਡਿੱਗਾ। ਖੇਤ ਵਿੱਚ ਡਿੱਗਦਿਆਂ ਉਸ ਦੀਆਂ ਬਾਹਾਂ ਟੁੱਟ ਗਈਆਂ। ਦੋਵਾਂ ਬੱਚਿਆਂ ਨੂੰ ਦੈਂਤਣੀ ਨੇ ਚੁੱਕ ਲਿਆ। ਇੱਕ ਕੱਪੜੇ ਵਿੱਚ ਉਹਨਾਂ ਨੂੰ ਲਪੇਟ ਲਿਆ, ਜਿਹੜਾ ਕੱਪੜਾ ਉਸਨੇ ਬਚਾ ਕੇ ਰੱਖਿਆ ਹੋਇਆ ਸੀ। ਕਾਫੀ ਸਾਲਾਂ ਬਾਅਦ ਉਹ ਜਵਾਨ ਹੋ ਗਏ। ਦੋਵੇਂ ਵੱਖ-ਵੱਖ ਜਗ੍ਹਾ 'ਤੇ ਰਹੇ। ਇੱਕ ਮਸੂਰਪੁਰ ਵਿੱਚ ਜਾ ਕੇ ਵਸਿਆ ਅਤੇ ਦੂਸਰੇ ਨੇ ਬਠਿੰਡੇ ਦੇ ਕਿਲੇ ਵਿੱਚ ਨਿਵਾਸ ਕੀਤਾ। ਇਸ ਪ੍ਰਕਾਰ ਦੈਂਤਾਂ ਦੀ ਹਾਲਤ ਹੋਈ ਅਤੇ ਭੂਤ ਪ੍ਰੇਤ ਉੱਥੇ ਕੋਈ ਨਾ ਰਿਹਾ। ਸ਼੍ਰੀ ਅਮਰਦਾਸ ਜੀ ਉਸ ਸਥਾਨ ਵਿਖੇ ਖੜੇ ਸਨ ਅਤੇ ਮਹਾਨ ਸੁੰਦਰ ਨਜ਼ਾਰੇ ਨੂੰ ਵੇਖ ਰਹੇ ਸਨ। ਕੋਲ ਹੀ ਬਿਆਸਾ ਦਰਿਆ ਦਾ ਸੁੰਦਰ ਪ੍ਰਵਾਹ ਵਹਿੰਦਾ ਸੀ, ਜਿਸ ਵਿੱਚ ਉੱਜਲ ਜਲ ਲਹਿਰਾਂ ਸਮੇਤ ਵਹਿ ਰਿਹਾ ਸੀ। ਬਿਆਸਾ ਦੇ ਕੰਢੇ ਬੜਾ ਸੁੰਦਰ ਸਥਾਨ ਹੈ, ਬੜਾ ਉੱਚਾ ਸ਼ੋਭ ਰਿਹਾ ਹੈ ਅਤੇ ਵੇਖਣ ਵਿੱਚ ਵੀ ਸ੍ਰੇਸ਼ਟ ਹੈ। ਜਿਵੇਂ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਆਗਿਆ ਦਿੱਤੀ ਸੀ, ਉਸ ਤਰ੍ਹਾਂ ਹੀ ਸਤਨਾਮ ਕਹਿ ਕੇ ਜਲ ਆਪਣੇ ਹੱਥਾਂ ਵਿੱਚ ਲਿਆ। ਉਸ ਜਲ ਨੂੰ 4 ਚੁਫੇਰੇ ਛਿੜਕ ਦਿੱਤਾ ਤਾਂ ਕਿ ਦੁਬਾਰਾ ਉੱਥੇ ਪ੍ਰੇਤ ਡੇਰਾ ਨਾ ਲਾ ਸਕਣ। ਗੁਰੂ ਜੀ ਦੇ ਹੱਥਾਂ ਦੀ ਦਿੱਤੀ ਛੜੀ ਨੂੰ ਆਪਣੇ ਹੱਥ ਵਿੱਚ ਫੜ ਲਿਆ ਤੇ ਜਿੰਨੀ ਵੀ ਨਗਰ ਦੀ ਧਰਤੀ ਸੀ ਉਸ ਦੇ ਇਰਦ ਗਿਰਦ ਲਕੀਰ ਮਾਰ ਦਿੱਤੀ। ਫਿਰ ਬਹੁਤ ਮਠਿਆਈ ਮੰਗਵਾਈ ਗਈ। ਗੋਂਦਾ ਧਨੀ ਵੇਖ ਕੇ ਬਹੁਤ ਪ੍ਰਸੰਨ ਹੋਇਆ। ਚਤਰ ਸ਼੍ਰੀ ਅਮਰਦਾਸ ਜੀ ਖੜੇ ਹੋ ਗਏ ਅਤੇ ਹੱਥ ਜੋੜ ਕੇ ਅਰਦਾਸ ਕੀਤੀ। ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਨਾਮ ਦਾ ਆਪਣੇ ਸੁੰਦਰ ਮੁਖ ਨਾਲ ਸਿਮਰਨ ਕੀਤਾ। ਅਰਦਾਸ ਕਰਕੇ ਸਾਰੀ ਮਠਿਆਈ ਗੁਰੂ ਜੀ ਨੂੰ ਭੇਂਟ ਕਰਕੇ ਫਿਰ ਸਾਰੀ ਸੰਗਤ ਵਿੱਚ ਵੰਡ ਦਿੱਤੀ। ਜਿਵੇਂ ਗੁਰੂ ਜੀ ਨੇ ਕਿਹਾ ਸੀ, ਪੂਰਬ ਵਾਲੇ ਪਾਸੇ ਤੋਂ ਪੁਟਵਾਈ ਸ਼ੁਰੂ ਕਰ ਦਿੱਤੀ ਤੇ ਫਿਰ ਇਕਸਾਰ ਸੁੰਦਰ ਬਣਵਾ ਲਈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਆਰਾਧਨਾ ਕੀਤੀ ਤੇ ਫਿਰ ਨਗਰ ਦੀ ਨੀਂਹ ਧਰ ਕੇ ਚਿਣਵਾਈ ਆਰੰਭ ਕਰ ਦਿੱਤੀ। ਉਸ ਤੋਂ ਬਾਅਦ ਕਦੀ ਵੀ ਭੂਤ ਪ੍ਰੇਤ ਨਾ ਆਏ ਅਤੇ ਨਾ ਹੀ
ਕੋਈ ਘਰ ਨੂੰ ਢਾਉਂਦਾ ਵੇਖਿਆ ਗਿਆ। ਪਹਿਲਾਂ ਜਿਹੜਾ ਕੋਈ ਘਰ ਬਣਾਉਂਦਾ ਸੀ ਤਾਂ ਪ੍ਰੇਤ ਉਸ ਨੂੰ ਢਾਹ ਦਿੰਦੇ ਸਨ, ਪਰ ਹੁਣ ਜਿੰਨੇ ਵੀ ਘਰ ਚਿਣੇ ਗਏ ਸਨ ਸਭ ਬਣੇ ਰਹਿ ਗਏ। ਇਹ ਵੇਖ ਕੇ ਗੋਂਦਾ ਬਹੁਤ ਪ੍ਰਸੰਨ ਹੋਇਆ। ਉਸਨੇ ਬਹੁਤ ਧਨ ਖਰਚ ਕਰਕੇ ਬਹੁਤ ਮਜ਼ਦੂਰ ਲਾਏ ਅਤੇ ਵੱਡੀ ਗਿਣਤੀ ਵਿੱਚ ਕਾਰੀਗਰ ਮੰਗਵਾਏ। ਤਦ ਸ਼੍ਰੀ ਅਮਰਦਾਸ ਜੀ ਨੇ ਵਿਚਾਰ ਕੀਤੀ ਅਤੇ ਗੋਂਦੇ ਦੇ ਨਾਂ 'ਤੇ ਨਗਰ ਦਾ ਨਾਂ ਰੱਖ ਦਿੱਤਾ। ਉਸ ਨਗਰ ਦਾ ਨਾਂ ਗੋਇੰਦਵਾਲ ਉਚਾਰਨ ਕਰਕੇ ਸੁਣਾਇਆ। ਬਾਅਦ ਵਿੱਚ ਇਹੋ ਨਗਰ ਦਾ ਨਾਂ ਪ੍ਰਗਟ ਹੋਇਆ। ਜਦ ਕਈ ਘਰ ਤਿਆਰ ਕਰਵਾ ਲਏ ਤਾਂ ਫਿਰ ਸ਼੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨਾਂ ਵਾਸਤੇ ਆਏ। ਬਹੁਤ ਅਧੀਨ ਹੋ ਕੇ ਗੁਰੂ ਜੀ ਨੂੰ ਵੰਦਨਾ ਕੀਤੀ। ਗੁਰੂ ਜੀ ਅੱਗੇ ਦੀਨ ਬਣ ਕੇ ਬੇਨਤੀ ਕੀਤੀ, ਜਿਵੇਂ ਆਪ ਜੀ ਦਾ ਹੁਕਮ ਹੋਇਆ ਸੀ ਉਹ ਕਾਰਜ ਪੂਰਾ ਹੋ ਗਿਆ ਹੈ ਅਤੇ ਨਗਰ ਬਣ ਗਿਆ ਹੈ। ਮਜ਼ਦੂਰ ਲੱਗੇ ਕੰਮ ਕਰ ਰਹੇ ਹਨ ਅਤੇ ਕਈ ਘਰ ਤਿਆਰ ਕਰ ਲਏ ਹਨ। ਇਹ ਸੁਣ ਕੇ ਸ਼੍ਰੀ ਗੁਰੂ ਅੰਗਦ ਦੇਵ ਜੀ ਪ੍ਰਸੰਨ ਹੋ ਗਏ। ਪੁਰਖਾ, ਹੁਣ ਸਾਡੇ ਇਸ ਤਰ੍ਹਾਂ ਬਚਨ ਮੰਨੋ, ਆਪਣਾ ਸਾਰਾ ਪਰਿਵਾਰ ਬੁਲਾ ਲਓ ਅਤੇ ਬੜੇ ਸੁੱਖ ਆਰਾਮ ਨਾਲ ਉੱਥੇ ਵਸੋ। ਹੋਰ ਵੀ ਜੇ ਕੋਈ ਵਸਣ ਵਾਸਤੇ ਆਵੇ ਤਾਂ ਉਸ ਨੂੰ ਘਰ ਉਸਾਰ ਕੇ ਵਸਾਓ। ਤੁਹਾਡਾ ਵਾਸਾ ਮੇਰੇ ਪਾਸ ਹੀ ਹੈ, ਜਦੋਂ ਚਾਹੋ ਮਿਲੋ ਜਾਂ ਮੇਰੇ ਘਰ ਰਹੋ। ਹੁਣ ਬਾਸਰ ਕੇ ਪਿੰਡ ਜਾਓ ਤੇ ਆਪਣੇ ਸਾਰੇ ਪਰਿਵਾਰ ਨੂੰ ਬੜੇ ਪ੍ਰੇਮ ਨਾਲ ਮਿਲੋ। ਤੁਹਾਨੂੰ ਇੱਥੇ ਆਇਆਂ ਨੂੰ ਬਹੁਤ ਲੰਮਾ ਸਮਾਂ ਹੋ ਗਿਆ ਹੈ, ਕਦੀ ਵੀ ਆਪਣੇ ਪਰਿਵਾਰ ਨੂੰ ਮਿਲਣ ਨਹੀਂ ਗਏ। ਤੁਰੰਤ ਚਲੇ ਜਾਓ ਤੇ ਸਾਰੇ ਪਰਿਵਾਰ ਨੂੰ ਨਾਲ ਲਿਆਓ। ਹੁਣ ਗੋਇੰਦਵਾਲ ਨਗਰ ਵਿੱਚ ਵਸੇਬਾ ਕਰੋ। ਗੁਰੂ ਜੀ ਦੀ ਆਗਿਆ ਪਾ ਕੇ ਸ਼੍ਰੀ ਅਮਰਦਾਸ ਜੀ ਆਪਣੇ ਪਿੰਡ ਨੂੰ ਚਲੇ ਗਏ। ਪਿੰਡ ਪਹੁੰਚ ਕੇ ਉਹ ਸਾਰੇ ਲੋਕਾਂ ਨੂੰ ਮਿਲੇ। ਉਹਨਾਂ ਨੇ ਸਾਰਿਆਂ ਨੂੰ ਸੁਣਾਇਆ, ਗੁਰੂ ਜੀ ਮੇਰੇ 'ਤੇ ਬਹੁਤ ਪ੍ਰਸੰਨ ਹੋਏ ਹਨ। ਮੈਨੂੰ ਉਹਨਾਂ ਨੇ ਹਰ ਪ੍ਰਕਾਰ ਦੀ ਵਡਿਆਈ ਦਿੱਤੀ ਹੈ। ਹੁਣ ਗੁਰੂ ਜੀ ਦਾ ਇਸ ਤਰ੍ਹਾਂ ਹੁਕਮ ਹੋਇਆ ਹੈ, ਸਾਰਾ ਪਰਿਵਾਰ ਗੋਇੰਦਵਾਲ ਜਾ ਕੇ ਵਸੋ। ਹੁਣ ਦੇਰ ਨਾ ਲਾਓ ਤੇ ਮੇਰੇ ਨਾਲ ਚੱਲੋ। ਸੁੰਦਰ ਨਗਰ ਹੈ ਤੇ ਘਰ ਬਹੁਤ ਉੱਚੇ ਹਨ। ਜਿਨ੍ਹਾਂ ਨੇ ਸ਼੍ਰੀ ਅਮਰਦਾਸ ਜੀ ਦੇ ਬਚਨ ਮੰਨ ਲਏ ਉਹ ਸਭ ਉਹਨਾਂ ਦੇ ਨਾਲ ਚੱਲ ਪਏ। ਸਾਰੇ ਗੋਇੰਦਵਾਲ ਪਹੁੰਚ ਗਏ। ਆਪਣੀ ਰੁਚੀ ਅਨੁਸਾਰ ਉਹਨਾਂ ਸਭ ਨੇ ਸੁੱਖ ਪ੍ਰਾਪਤ ਕੀਤੇ। ਸ਼੍ਰੀ ਅਮਰਦਾਸ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਾਰਨ ਖਡੂਰ ਸਾਹਿਬ ਜਾਂਦੇ ਸਨ। ਜਦ ਵਾਪਸ ਗੋਇੰਦਵਾਲ ਆਉਂਦੇ ਸਨ ਤਾਂ ਪੁੱਠੇ ਪੈਰੀ ਆਉਂਦੇ ਸਨ। 3 ਕੋਹ ਦਾ ਸਫ਼ਰ ਇਸ ਤਰ੍ਹਾਂ ਕਰਦੇ ਸਨ। 3 ਕੋਹਾਂ 'ਤੇ ਜਾ ਕੇ ਖਲੋ ਜਾਂਦੇ ਸਨ ਤੇ ਫਿਰ ਬੰਦਨਾ ਕਰਦੇ ਸਨ। ਫਿਰ ਘਰ ਵਾਲੇ ਪਾਸੇ ਮੁੱਖ ਕਰਕੇ ਚੱਲ ਪੈਂਦੇ ਸਨ। ਕਈਆਂ ਸਿੱਖਾਂ ਪਾਸੋਂ ਇਹ ਵੀ ਗੱਲ ਸੁਣੀ ਹੈ ਕਿ ਜਦ ਗੁਰੂ ਜੀ ਦੇ ਇਸ਼ਨਾਨ ਵਾਸਤੇ ਗਾਗਰ ਲੈ ਕੇ ਦਰਿਆ ਵੱਲ ਜਾਂਦੇ ਸਨ ਤਾਂ ਪੁੱਠੇ ਪੈਰੀ ਜਾਂਦੇ ਸਨ। ਵਾਪਸ ਆਉਂਦੇ ਆਪਣਾ ਮੁੱਖ ਸਿੱਧਾ ਕਰ ਲੈਂਦੇ ਸਨ। ਪਾਣੀ ਦੀ ਗਾਗਰ ਬਿਆਸਾ ਦਰਿਆ ਤੋਂ ਭਰ ਕੇ ਲਿਆਉਂਦੇ ਸਨ ਤੇ ਗੁਰੂ ਜੀ ਨੂੰ ਇਸ਼ਨਾਨ ਕਰਵਾਉਂਦੇ ਸਨ। ਪਾਣੀ ਲੈਣ ਗਏ ਪੁੱਠੇ ਪੈਰੀ ਜਾਂਦੇ ਸਨ। ਆਉਣ ਲੱਗਿਆਂ ਮੁੱਖ ਗੁਰੂ ਜੀ ਵੱਲ ਰੱਖਦੇ ਸਨ। ਇਸ ਥਾਂ ਆ ਕੇ ਸਿਰ ਨਿਵਾਉਂਦੇ ਸਨ। ਫਿਰ ਸ਼ਹਿਰ ਵੱਲ ਮੁੱਖ ਕਰਕੇ ਚੱਲਦੇ ਸਨ। ਸਦਾ ਪ੍ਰੀਤ ਨਾਲ ਇਸ ਤਰ੍ਹਾਂ ਕਾਰ ਕਰਦੇ ਸਨ ਅਤੇ ਇਸ ਤਰ੍ਹਾਂ ਗੁਰੂ ਦਰਬਾਰ ਦੀ ਸੇਵਾ ਕਰਦੇ ਸਨ। ਪਰਸ਼ੁਰਾਮ ਨੇ ਬਹੁਤ ਵੱਡਾ ਤਪ ਕੀਤਾ ਸੀ। 1000 ਸਾਲ ਜੰਗਲ ਵਿੱਚ ਤਪ ਕਰਦਾ ਰਿਹਾ। ਫਿਰ ਵਿਸ਼ਨੂੰ ਦੀ ਸੁੰਦਰ ਕਰਾਮਾਤ ਪ੍ਰਾਪਤ ਕੀਤੀ, ਪਰ ਫਿਰ ਵੀ ਪੂਰਨ ਅਵਤਾਰ ਨਾ ਹੋ ਸਕਿਆ। ਪਰ ਸ਼੍ਰੀ ਅਮਰਦਾਸ ਜੀ ਨੇ 11 ਸਾਲਾਂ ਵਿੱਚ ਹੀ ਸੇਵਾ ਕਰਕੇ ਗੁਰੂ ਜੀ ਨੂੰ ਪ੍ਰਸੰਨ ਕਰ ਲਿਆ ਅਤੇ ਪ੍ਰਭੂ ਦੇ ਪੂਰਨ ਅਵਤਾਰ ਹੋਏ ਅਤੇ ਜਗਤ ਵਿੱਚ ਹਜ਼ਾਰਾਂ ਲੋਕਾਂ ਦਾ ਉਧਾਰ ਕੀਤਾ। ਇਸ ਕਰਕੇ ਸਤਿਗੁਰ ਅਤੇ ਸਤ ਸੰਗ ਦੀ ਸੇਵਾ ਸਭ ਤੋਂ ਉੱਚੀ ਹੈ। ਜਿਹੜੇ ਹਜ਼ਾਰਾਂ ਵਰਸ਼ ਤਪ ਕਰਦੇ ਸਨ ਉਹਨਾਂ ਨਾਲੋਂ ਇਹ ਸੇਵਾ ਕਿਤੇ ਮਹਾਨ ਹੈ। ਜਦ ਕਦੀ ਹੁਣ ਜਾਂ ਅੱਗੇ ਜਿਹੜਾ ਵੀ ਸੇਵਾ ਵਿੱਚ ਆਪਣਾ ਮਨ ਲਾਉਂਦਾ ਹੈ ਉਹਨਾਂ ਨੂੰ ਫਿਰ ਹੋਰ ਸੇਵਾ ਕਰਨ ਦੀ ਲੋੜ ਨਹੀਂ ਰਹਿੰਦੀ। ਉਹ ਭੋਗ ਤੇ ਮੁਕਤੀ ਦੋਵੇਂ ਹੀ ਪ੍ਰਾਪਤ ਕਰਦੇ ਹਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।